ਕਹਿੰਦੇ ਵੀ ਕਲਯੁਗ ਦੇ ਵਿੱਚ ਜਿਹੜਾ ਭਾਰ ਆ ਉਹਨਾਂ ਨੇ ਵੀ ਆਪਣੇ ਚੁੱਕਿਆ ਜਿਵੇਂ ਉਹਨਾਂ ਦਾ ਕਿ ਮਸ਼ਹੂਰ ਹੈ ਮੇਰਾ ਸਰਸਾ ਜ਼ਿਲ੍ਹਾ ਹੈ ਨਾ, ਤੇ ਸਾਡੇ ਸਾਰੇ ਸਰਸੇ ਜ਼ਿਲ੍ਹੇ 'ਚ ਕਹਿਣਗੇ ਜੀ ਬਾਬਾ ਸਾਰਾ ਕਲਯੁਗ ਉਹਨੇ ਆਪ ਦੇ ਸਿਰ ਤੇ ਲੈ ਲਿਆ। ਜੇ ਬਾਬਾ ਕਲਯੁਗ ਸਿਰ ਤੇ ਨਾ ਲੈਂਦਾ ਤੇ ਇਹ ਸਮਝ ਲਓ ਵੀ ਸਾਡੇ ਹਿੰਦੁਸਤਾਨ ਦੀ ਤਬਾਹੀ ਮੱਚ ਜਾਣੀ ਸੀ। ਲੋਕਾਂ ਦੇ ਮਨ 'ਚ ਹੈ ਇਹ। ਹੁਣ ਜਿਹੜੇ ਲੋਕ ਭੋਲੇ ਭੰਡਾਰੇ ਇੱਥੋਂ ਦੀ ਕਿ ਜਾਂਦੇ ਆ, ਕਲਯੁਗ ਇੰਗਲੈਂਡ ਤਾਂ ਜਾਂਦਾ ਨਹੀਂ, ਨਾ ਅਮਰੀਕਾ ਜਾਂਦਾ, ਨਾ ਚੀਨ ਜਾਂਦਾ, ਨਾ ਰੂਸ ਜਾਂਦਾ, ਨਾ ਜਾਪਾਨ ਜਾਂਦਾ। ਜਦੋਂ ਆਉਂਦਾ ਕਲਯੁਗ ਠਾਹ ਦੇਣੇ ਹਿੰਦੁਸਤਾਨ 'ਚ ਆ ਜਾਂਦਾ। ਕਮਾਲ ਦੀ ਧਰਤੀ ਆ। ਔਰ ਕਲਯੁਗ ਨੂੰ ਫਿਰ ਆਪਦੇ ਸਿਰ ਤੇ ਇੱਥੇ ਦਾ ਕੋਈ ਨਾ ਕੋਈ ਸੰਤ ਹੈ ਜਾਂ ਸਾਧ ਹੈ ਬੜਾ, ਜਿਹਨੂੰ ਆਪਾਂ ਬਰਮ ਅਵਸਥਾ ਵਾਲਾ ਬੰਦਾ ਆਪਦੇ ਸਿਰ ਤੇ ਲੈਂਦਾ। ਕਮਾਲ ਗੱਲ ਨਹੀਂ। ਕਲਯੁਗ ਹੈ ਕੀ? ਦੇਸ਼ ਦੇ ਉੱਤੇ ਜਿਹੜੀਆਂ ਸਮੱਸਿਆਵਾਂ ਪੈਦਾ ਹੋਈਆਂ, ਮਨੁੱਖਤਾ ਦੀ ਗਰੀਬੀ ਹੈ, ਲੋਕਾਂ ਦੀ ਗਰੀਬੀ ਹੈ, ਭਾਈਚਾਰੇ ਨੂੰ ਤੋੜਿਆ ਗਿਆ, ਜਾਤ ਪਾਤ ਨੂੰ ਪੈਦਾ ਕੀਤਾ ਗਿਆ, ਊਚ ਨੀਚ ਨੂੰ ਪੈਦਾ ਕੀਤਾ ਗਿਆ, ਉਹ ਤਾਂ ਸਰਕਾਰਾਂ ਤੇ ਧਰਮਾਂ ਨੇ ਰਲ ਕੇ ਪੈਦਾ ਕੀਤਾ। ਤੇ ਕਲਯੁਗ ਦੇ 'ਚ ਕਿੱਥੋਂ ਆ ਗਿਆ ਜੀ? ਜੇ ਦੂਜੇ ਮੁਲਕਾਂ ਦੇ ਵਿੱਚ ਇਨਸਾਨੀਅਤ ਦੀ ਸਮਾਨਤਾ ਹੈ, ਆਪਣੇ ਮੁਲਕ 'ਚ ਵੀ ਆ ਸਕਦੀ ਹੈ। ਉਧਰ ਨਹੀਂ ਜਾਣ ਦੇਣਾ। ਡਿਵਾਈਨ ਥਿਊਰੀ ਦੇ ਵਿੱਚ ਪਾ ਦਿਓ ਵੀ ਸਾਨੂੰ ਤਾਂ ਬਰਮਾ ਨੇ ਜੀ ਆਹ ਸ਼ੂਦਰ ਬਣਾਤੇ, ਆ ਪੰਡਤ ਬਣਾਤੇ, ਆ ਕਸ਼ਤਰੀ ਬਣਾਤੇ, ਆ ਵੈਸ਼ ਬਣਾਤੇ। ਲਓ ਜੀ, ਤੇ ਕਮਾਲ ਆ, ਬਰਮਾ ਦੇ ਪੈਰ 'ਚੋਂ ਪੈਦਾ ਹੋਇਆ ਸ਼ੂਦਰ। ਵੈਸੇ ਤਾਂ ਬਰਮਾ ਦੇ ਅਸੀਂ ਪੈਰਾਂ 'ਚ ਸਿਰ ਧਰਦੇ ਆ ਨਾ। ਜੇ ਉਹਦੇ ਪੈਰਾਂ 'ਚੋਂ ਪੈਦਾ ਹੋਇਆ ਸ਼ੂਦਰ ਸਾਡੇ ਨਾਲ ਲੱਗ ਜੇ ਅਸੀਂ ਪਿੱਟੇ ਜਾਂਦੇ ਆ। ਹੈ ਤਾਂ ਬਰਮਾ ਦਾ ਰੂਪ ਹੀ ਸ਼ੂਦਰ ਵੀ। ਇੱਕ ਸਿਰ 'ਚੋਂ ਹੈ, ਇੱਕ ਆਪਣੇ ਜਿਵੇਂ ਕਹਿੰਦੇ ਡੌਲਿਆਂ 'ਚੋਂ ਹੈ, ਇੱਕ ਪੇਟ 'ਚੋਂ ਹੈ, ਇੱਕ ਪੈਰਾਂ 'ਚੋਂ ਹੈ। ਤੇ ਜੇ ਪੈਰ ਨਾ ਹੁਣ ਸਿਰ ਕਿੱਥੇ ਖੜੂਗਾ? ਤੇ ਪੈਰਾਂ ਦੇ ਨਾਲ ਲੱਗਣ ਨਾਲ ਜਾਂ ਸ਼ੂਦਰ ਦੇ ਨਾਲ ਲੱਗਣ ਨਾਲ ਬੰਦਾ ਪਿੱਟਿਆ ਜਾਵੇ ਧਰਤੀ ਦੇ ਉੱਤੇ, ਉਹ ਵੀ ਭਾਰਤ ਵਿੱਚ ਜਾਇਆ ਹੋਵੇ ਜਿਹੜਾ, ਤੇ ਇਹ ਤਾਂ ਕਿਸੇ ਵਿਗਿਆਨ ਦੇ ਸਿਧਾਂਤ 'ਚ ਤਾਂ ਆਉਂਦਾ ਨਹੀਂ ਭਾਈ। ਇਹਨਾਂ ਨੇ ਪਤਾ ਨਹੀਂ ਕਿੱਥੋਂ ਭਾਲ ਰੱਖਿਆ। ਇਸ ਕਰਕੇ ਬਾਬੇ ਆ ਜਿਹੜੇ ਨਾ, ਇਹ ਇਹੋ ਜਿਹੇ ਲਿਆਂਦੇ ਨੇ ਤੇ ਉਹ ਪੈਰੋਲ ਤੇ ਲਿਆ ਕੇ ਫਿਰ ਉਹਨਾਂ ਨੇ ਆਪਣਾ ਇੱਕ ਨਾ ਸਿਆਸੀ ਜਲਵਾ ਤੇ ਜਲਾਉ ਦਿਖਾਉਣਾ। ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋ ਰਹੀ ਹੈ, ਕੌਮੀ ਇਨਸਾਫ ਮੋਰਚਾ ਮੋਹਾਲੀ ਲੱਗਿਆ ਹੋਇਆ ਹੈ, ਉਸ ਨੂੰ ਫਿਰ ਤੁਸੀਂ ਕਿਵੇਂ ਵੇਖਦੇ ਹੋ ਜੇਕਰ ਇੱਧਰ ਵੇਖਿਆ ਜਾਵੇ? ਦੇਖੋ ਬੇਟਾ ਜੀ, ਜਿਸ ਬੰਦੇ ਨੇ ਕੋਈ ਗੁਨਾਹ ਕੀਤਾ, ਅਪਰਾਧ ਕੀਤਾ, ਉਹਨੂੰ ਸਜ਼ਾ ਚਾਹੀਦੀ ਹੈ। ਜਿਸ ਬੰਦੇ ਦੀ ਸਜ਼ਾ ਪੂਰੀ ਹੋ ਗਈ ਉਹ ਰਿਹਾ ਕਰਨਾ ਬਣਦਾ। ਬਿਨਾਂ ਉਹਨੂੰ ਰੱਖਿਆ ਕਿਹੜੇ ਆਧਾਰ ਤੇ, ਕਿਸ ਆਧਾਰ ਤੇ ਪਤਾ ਲੱਗੇ ਨਾ ਵੀ ਕੈਦੀ ਨੂੰ ਉਹ ਤੋਂ ਬਾਅਦ ਵੀ ਅਸੀਂ ਰੱਖਣਾ ਹੈ। ਦੱਸ ਦੇਣਾ ਨਾ ਵੀ ਆਹ ਧਾਰਾ ਹੈ, ਆਹ ਸੰਵਿਧਾਨ ਦਾ ਆਰਟੀਕਲ ਹੈ। ਇਸ ਕਰਕੇ ਅਸੀਂ ਜਿੰਨਾ ਚਿਰ ਮਰਜ਼ੀ ਸਰਕਾਰ ਜੀ ਨੂੰ ਰੱਖੇ। ਜੇ ਕਹਿਣ ਜੀ ਇਹਨਾਂ ਤੋਂ ਦੇਸ਼ ਨੂੰ ਖਤਰਾ ਹੈ, ਮੈਂ ਕਹਿੰਦਾ ਦੇਸ਼ ਨੂੰ ਖਤਰਾ ਤਾਂ ਹਿੰਦੁਸਤਾਨ ਦੀਆਂ ਸਰਕਾਰਾਂ ਤੋਂ ਹੈ। ਦੇਸ਼ ਨੂੰ ਖਤਰਾ ਹਿੰਦੁਸਤਾਨ ਦੀ ਰਾਜ ਕਰਦਾ ਸ਼੍ਰੇਣੀ ਤੋਂ ਹੈ, ਭ੍ਰਸ਼ਟ ਸ਼੍ਰੇਣੀ ਤੋਂ ਹੈ, ਫਿਰਕਾ ਪ੍ਰਸਤ ਸ਼੍ਰੇਣੀ ਤੋਂ ਹੈ, ਜਾਤ ਪਾਤ ਮੰਨਣ ਵਾਲੀ ਸ਼੍ਰੇਣੀ ਤੋਂ ਹੈ। ਇੱਕ ਬੰਦਾ ਸਧਾਰਨ ਅਪਰਾਧ ਕਰ ਲਿਆ, ਉਹਨੂੰ ਸਜ਼ਾ ਹੋ ਗਈ, ਸਜ਼ਾ ਪੂਰੀ ਹੋ ਗਈ, ਉਸ ਤੋਂ ਬਾਅਦ ਉਹਨੂੰ ਕੀ ਖਤਰਾ ਹੈ ਜੀ? ਐਵੇਂ ਬਕਵਾਸ ਕਰਦੇ। ਕੋਈ ਖਤਰਾ ਨਹੀਂ। ਜਿਹਦੇ ਹੱਕ ਬਣਦਾ ਉਹਨੂੰ ਰਿਹਾ ਕਰੋ। ਕਿਸੇ ਨੂੰ ਹਿੰਦੂ ਕਹਿ ਕੇ ਜਾਂ ਸਿੱਖ ਕਹਿ ਕੇ ਜਾਂ ਬੰਦੀ ਸਿੰਘ ਕਹਿ ਕੇ ਜਾਂ ਯਹੂਦੀ ਕਹਿ ਕੇ ਜਾਂ ਮੁਸਲਮਾਨ ਕਹਿ ਕੇ ਅੰਦਰ ਰੱਖ ਲੈਣਾ, ਇਹ ਬੜੀ ਮਾੜੀ ਗੱਲ ਹੈ। ਇਹ ਤਾਂ ਸੰਵਿਧਾਨ 'ਚ ਕਿਤੇ ਲਿਖਿਆ ਨਹੀਂ। ਜਾਂ ਤਾਂ ਜਿਹੜਾ ਇੰਡੀਅਨ ਪਲੰਡਰ ਕੋਡ ਹੈ ਦੱਸ ਦੇਣ ਵੀ ਭਾਈ ਜੇ ਤਾਂ ਬੰਦੀ ਸਿੰਘ ਹੈ ਉਹਨਾਂ ਤੋਂ ਉਹਨਾਂ ਦੀ ਰਿਹਾਈ ਨਹੀਂ ਹੋ ਸਕਦੀ। ਉਦੋਂ ਬਾਅਦ ਭਾਵੇਂ ਬੰਦਾ ਸਰਕਾਰ ਦੇ 40 ਬੰਦੇ ਰਲ ਕੇ 12 ਜਾਂ 13 ਬੰਦਿਆਂ ਦਾ ਝੂਠਾ ਮੁਕਾਬਲਾ ਕਰਕੇ ਉਹਨਾਂ ਨੂੰ ਮਾਰ ਦੇਣ ਤੇ ਉਹ ਬਰੀ ਹੋ ਸਕਦੇ ਆ। ਬਾਪੂ ਜੀ, ਤੁਸੀਂ ਪਹਿਲੇ ਦਰਜੇ ਦੇ ਅਫਸਰ ਰਹੇ ਹੋ, ਸਰਕਾਰ ਦੇ ਵਿੱਚ ਵੀ ਤੁਸੀਂ ਰਹੇ ਹੋ, ਨੀਤੀ ਘਾੜੇ ਰਾਜਨੀਤਿਕ ਲੋਕ ਉਹਨਾਂ ਨੂੰ ਮਿਲਦੇ ਰਹੇ ਹੋ, ਸਮਾਜ 'ਚ ਵਿਚਰਦੇ ਰਹੇ ਹੋ। ਜਦੋਂ ਸਿਰਸੇ ਵਾਲੇ ਨੂੰ ਸਜ਼ਾ ਹੋਈ ਹੈ ਜਿਸ ਦਿਨ, ਤਾਂ ਉਹਨਾਂ ਨੂੰ ਜਿਵੇਂ ਹੀ ਸਜ਼ਾ ਹੋਈ ਉਸ ਤੋਂ ਬਾਅਦ 'ਚ ਉੱਥੇ ਦੰਗੇ ਭੜਕੇ ਸਨ ਪੰਚਕੂਲਾ ਦੇ ਵਿੱਚ। ਇੰਨੀ ਜ਼ਿਆਦਾ ਸਮਾਜ ਦਾ ਵੀ ਨੁਕਸਾਨ ਹੋਇਆ, ਸਰਕਾਰੀ ਮਸ਼ੀਨਰੀ ਤੇ ਸਰਕਾਰੀ ਅਫਸਰਸ਼ਾਹੀ ਸਭ ਦਾ ਮਤਲਬ ਨੁਕਸਾਨ ਹੋਇਆ, ਬਕਾਇਦਾ ਹੋਇਆ। ਮਤਲਬ ਵੀ ਦੱਸੋ ਨਾ ਵੀ ਕੀ ਉਹਦਾ ਆਪਾਂ ਪਿਛੋਕੜ ਵੇਖੋ ਬਾਬੇ ਦਾ। ਉਹ ਸਿੱਧੂ ਬਰਾੜ ਜੱਟ ਹੈ, ਉਹ ਗਰੀਬ ਘਰ 'ਚੋਂ ਆਇਆ। ਇਹ ਵੀ ਪੱਕੀ ਗੱਲ ਹੈ, ਕੋਈ ਇਹ ਨਹੀਂ ਕੋਈ ਵੀ 5-7 ਹਜ਼ਾਰ ਏਕੜ ਦਾ ਮਾਲਕ ਸੀ ਕੋਈ। ਉਹ ਗਰੀਬ ਘਰ 'ਚੋਂ ਆਇਆ ਉਹ, ਪਰ ਡੇਰੇ ਦਾ ਮਾਲਕ ਬਣ ਗਿਆ। ਹੈਂ, ਉਦੋਂ ਪਹਿਲਾਂ ਜਿਹੜਾ ਬਾਬਾ ਸੀਗਾ, ਮੈਂ ਵਿਚਾਰੇ ਦਾ ਨਾਂ ਭੁੱਲ ਗਏ, ਸਤਨਾਮ ਸਿੰਘ, ਉਹਦੀ ਥਾਂ ਇਹਨੂੰ ਬਾਇਆ ਗਿਆ। ਇਹਨਾਂ ਕੋਲੇ ਕੁਝ ਖਾੜਕੂ ਵੀ ਆਉਂਦੇ ਸੀ, ਇਹ ਪੱਕੀ ਗੱਲ ਹੈ। ਹਾਂ, ਜਿਹਨਾਂ ਨੂੰ ਖਾੜਕੂ ਕਹਿੰਦੇ ਨੇ ਨਾ, ਕਿਉਂਕਿ ਜਿਹੜਾ ਪੰਜਾਬ ਦਾ ਅੱਤਵਾਦ ਹੈ ਨਾ, ਇੱਥੋਂ ਤੱਕ ਖਾੜਕੂ ਵੀ ਅੱਤਵਾਦ ਦੇ ਸ਼ਿਕਾਰ ਸੀ। ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਸਾਨੂੰ ਕਿਉਂ ਵਰਤਿਆ ਤੇ ਕਿਵੇਂ ਵਰਤਿਆ, ਕਿਉਂਕਿ ਸਧਾਰਨ ਪੇਂਡੂ ਮੁੰਡੇ ਹੁੰਦੇ ਸੀ। ਉਹਨਾਂ ਨੂੰ ਕਹਿ ਦੇਣਾ ਜੀ ਤੁਹਾਡੀ ਸਿੱਖੀ ਨੂੰ ਖਤਰਾ ਹੈ, ਕਿਸੇ ਨੂੰ ਕਹਿ ਦੇਣਾ ਤੁਹਾਨੂੰ ਪੰਜਾਬ ਨੂੰ ਖਤਰਾ ਹੈ, ਕਿਸੇ ਨੂੰ ਕਹਿਣਾ ਜੀ ਹਿੰਦੂ ਧਰਮ ਨੂੰ ਖਤਰਾ ਹੈ। ਆਹ ਖਤਰੇ ਪੈਦਾ ਕੀਤੇ ਆ ਬਕਾਇਦਾ। ਇਹ 'ਤੇ ਰਿਪੋਰਟਾਂ ਛਪ ਗਈਆਂ, ਕਿਤਾਬਾਂ ਛਪ ਗਈਆਂ
GBS ਸਿੱਧੂ ਹੈ, ਉਹਦੀ ਕਿਤਾਬ ਹੈ ਕੰਸਪੀਰੇਸੀ ਆਫ ਖਾਲਿਸਤਾਨ। ਉਹਨੇ ਦੱਸਤਾ ਵੀ ਇਹ ਸਾਰਾ ਕੁਝ ਸਰਕਾਰੀ ਪੱਧਰ ਤੇ ਹੋਇਆ। ਇੱਕ ਕ੍ਰਿਸ਼ਨਾ ਮਨਲੋਇਆ ਧਰ ਹੈ, ਉਹਦੀ ਕਿਤਾਬ ਆਈ ਆ ਖੁੱਲੇ ਭੇਦ। ਉਹਨੇ ਤਾਂ ਮਾਂ ਦੇ ਪੁੱਤ ਨੇ ਕਮਾਲ ਹੀ ਕਰਤੀ ਹੈ। ਉਹਨੇ ਤਾਂ ਦਿਨ, ਕਿਹੜਾ ਸਮਾਂ, ਕਿਹੜਾ ਦਿਨ, ਕਿਹੜਾ ਵਾਰ ਤੇ ਕਿਹਨੇ ਬਹਿ ਕੇ ਸਲਾਹ ਕੀਤੀ, ਉਹਨੇ ਸਾਰਾ ਕੁਝ ਹੀ ਦਰਜ ਕਰਤਾ। ਉਹਨੂੰ ਸਲਾਮ ਹੈ ਉਸ ਬੰਦੇ ਨੂੰ ਜਿਹਨੇ ਸਰਕਾਰ ਦੇ ਵਿੱਚ ਨੌਕਰੀ ਕਰਦਿਆਂ ਹੋਇਆਂ ਆਪ ਦੀ ਆਤਮਾ ਮਰਨ ਨਹੀਂ ਦਿੱਤੀ। ਉਹਨੇ ਵੀ ਦੱਸਤਾ ਵੀ ਸਾਰਾ ਕੁਝ ਸਰਕਾਰੀ ਤੰਤਰ ਚੋਂ ਪੈਦਾ ਹੋਇਆ। ਇਹ ਤਾਂ ਲੋਕ ਤਾਂ ਉਹਦੇ ਵਿਚਾਰੇ ਸ਼ਿਕਾਰ ਨੇ। ਇਹਦੇ ਵਿੱਚ ਵੱਡੇ ਵੱਡੇ ਜਿਹੜੇ ਸੰਤ ਨੇ ਅਖੌਤੀ ਬਰਮ ਅਵਸਥਾ ਨੂੰ ਪਹੁੰਚੇ ਹੋਏ, ਆਪ ਬਰਮ ਅਵਸਥਾ ਨੂੰ ਪਹੁੰਚੇ ਹੋਇਆ ਤੇ ਲੋਕਾਂ ਨੂੰ ਭਰਮ ਅਵਸਥਾ 'ਚ ਪਾ ਦਿੰਦੇ ਆ। ਜਿਸ ਤਰ੍ਹਾਂ ਜਿਵੇਂ ਉਹਨਾਂ ਦਾ ਪਿਛਲੇ ਦਿਨੀ ਜੇ ਆਪਾਂ ਸਤਸੰਗ ਜੋ ਉਹ ਕਰਦੇ ਨੇ, ਜੋ ਉਹ ਕਹਿੰਦੇ ਨੇ ਉਹਦੇ ਮੁਤਾਬਕ ਜਿਵੇਂ ਉਹਨਾਂ ਨੇ ਧੀਆਂ ਦੀ ਸੁਰੱਖਿਆ ਦੀ ਵੀ ਗੱਲ ਕਰੀ ਹੈ। ਇਸ ਦੇ ਨਾਲ ਨਾਲ ਜਿਵੇਂ ਖੂਨਦਾਨ ਕੈਂਪ ਲਾਉਣੇ, ਹੋਰ ਸਮਾਜ ਭਲਾਈ ਦੇ ਕੰਮ ਕਰਨੇ, ਫਿਰ ਉਸ ਨੂੰ ਕਿਵੇਂ ਵੇਖਦੇ? ਦੇਖੋ ਲਾਵੇ, ਖੂਨਦਾਨ ਲਾਵੇ, ਲੋੜ ਹੈ, ਲਓ ਪਈ ਸਾਂਭੀ। ਮੇਰੇ ਕੋਲ ਚੇਲੇ ਬਹੁਤ, ਇਹਨਾਂ ਕੋਲ ਬੜਾ ਖੂਨ ਹੈ ਤੇ ਕੱਢ ਲਓ, ਕੀ ਫਰਕ ਪੈਂਦਾ? 250 ਗ੍ਰਾਮ ਹੀ ਖੂਨ ਕੱਢਣਾ ਹੁੰਦਾ। ਇੱਕ ਬੰਦੇ ਨੂੰ ਦੇ ਦਿਓ 250 ਗ੍ਰਾਮ ਖੂਨ 10 ਮਿੰਟਾਂ 'ਚ ਨਿਕਲ ਆਉਂਦਾ। ਮਗਰੋਂ 2 ਸੰਤਰੇ ਛਿੱਲ ਕੇ ਦੇ ਦਿਓ, ਬੰਦਾ ਮੁੱਛਾਂ ਝਾੜ ਕੇ ਖੜਾ ਹੋ ਜਾਂਦਾ। ਇੰਨੀ ਕਹਾਣੀ ਹੈ। ਨਹੀਂ, ਫਿਰ ਖੂਨਦਾਨ ਨਹੀਂ ਕਰਨਾ ਚਾਹੀਦਾ? ਕਰੋ, ਲੋੜਵੰਦ ਨੂੰ। ਇਹਨੂੰ ਵਪਾਰ ਨਾ ਬਣਾਓ, ਇਹਨੂੰ ਧੰਦਾ ਨਾ ਬਣਾਓ। ਲੋੜਵੰਦ ਕੋਲੇ ਜਾਓ, ਗਰੀਬ ਨੂੰ ਨਹੀਂ ਮਿਲਦਾ, ਲੈ ਵੀ ਮੈਂ ਹਾਜ਼ਰ ਹਾਂ। ਇੱਧਰ ਡਾਕਟਰ ਸਾਹਿਬ ਬੈਠੇ ਨੇ, ਖੂਨਦਾਨ ਦੀ ਗੱਲ ਕਰ ਰਹੇ ਨੇ ਬਾਪੂ ਜੀ ਹੋਰੀ। ਹਾਂਜੀ, ਚਾਹੇ ਹੋਰ ਸਮਾਜ ਸੇਵੀ ਸੰਸਥਾਵਾਂ ਨੇ, ਗੱਲ ਸਰਸੇ ਵਾਲੇ ਦੀ ਹੋ ਰਹੀ ਹੈ। ਤਾਂ ਜਿਹੜੇ ਖੂਨ ਹੈ ਉਹ 250 ਗ੍ਰਾਮ ਹੈ, ਉਹ ਕਿੰਨੀਆਂ ਜਾਨਾਂ ਬਚਾ ਦਿੰਦਾ। ਉਹ ਹੈ ਤਾਂ ਬੜਾ ਵੱਡਾ ਪਰਉਪਕਾਰ ਦਾ ਕੰਮ ਹੈ ਜੇ ਉਹ ਕਰ ਰਹੇ ਨੇ। ਦੇਖੋ ਜੀ, ਹੈ ਤੇ ਪਰਉਪਕਾਰ ਦਾ ਕੰਮ ਹੈ, ਪਰ ਤੁਸੀਂ ਤੁਹਾਡਾ ਅਗਰ ਕੋਈ ਰਿਸ਼ਤੇਦਾਰ ਹਸਪੀਟਲ 'ਚ ਪਿਆ, ਮੰਨ ਲਓ ਪਿਆ, ਤੇ ਤੁਹਾਨੂੰ ਖੂਨ ਦੀ ਲੋੜ ਪੈ ਗਈ, ਤੁਸੀਂ ਆਪਣਾ ਹੀ ਖੂਨ ਕਢਾਉਂਦੇ ਹੋ ਜਾ ਕੇ, ਤੇ ਤੁਹਾਨੂੰ ਵੀ 3-4 ਹਜ਼ਾਰ ਦਾ ਖਰਚਾ ਪਾ ਦਿੰਦੇ ਹੋ। ਤੁਹਾਡਾ ਖੂਨ ਤੁਹਾਡੇ ਰਿਸ਼ਤੇਦਾਰ ਨੂੰ ਚੜ੍ਹਨਾ, ਉਹ 3-4 ਹਜ਼ਾਰ ਦਾ ਖਰਚਾ ਕਿਹਨੂੰ ਪੈਂਦਾ ਤੇ ਉਹ ਕਿਹਨੂੰ ਜਾਂਦਾ? ਉਹਨਾਂ ਦੇ ਇਹਨਾਂ ਦੇ ਉਹਦੇ ਵਿੱਚ ਵੀ ਕਾਰਪੋਰੇਟ ਘਰਾਣਿਆਂ ਦੇ ਹਿੱਤ ਰੱਖੇ ਹੋਏ ਆ। ਉਹਦੇ ਵਿੱਚ ਤੁਹਾਡਾ ਜੀ ਏਡਜ਼ ਟੈਸਟ ਹੋਏਗਾ ਜੀ, ਤੁਹਾਡਾ ਲਿਵਰ ਟੈਸਟ ਹੋਏਗਾ ਜੀ, ਹੁਣ ਨਵਾਂ ਆ ਗਿਆ ਜੀ ਕਰੋਨਾ ਟੈਸਟ ਹੋਏਗਾ ਜੀ। ਦੁਨੀਆ ਜਹਾਨ ਦੇ ਵਿੱਚ ਘਰ ਨੂੰ ਖਰਚੇ ਪਾ ਦਿੰਦੇ ਆ। ਹੁਣ ਦੇਖੋ ਕਿ ਤੁਹਾਡੇ ਹੀ ਬੰਦੇ ਨੂੰ ਖੂਨ ਚੜ ਰਿਹਾ, ਤੁਸੀਂ ਦੇ ਰਹੇ ਹੋ ਹੈ, ਔਰ ਵਿਚਕਾਰ ਉਹ ਦਲਾਲੀਆਂ ਕਿਹਦੀਆਂ ਹੋ ਰਹੀਆਂ? ਕਾਰਪੋਰੇਟ ਘਰਾਣਿਆਂ ਦੀਆਂ। ਇਹਨਾਂ ਦੇ ਖੂਨਦਾਨ ਨੂੰ ਵੀ ਕਾਰੋਬਾਰ ਬਣਾ ਲਿਆ ਹੋਇਆ। ਇਹਨਾਂ ਨੂੰ ਤਾਂ ਮਤਲਬ ਇਹਨਾਂ ਦਾ ਤਾਂ ਕੋਈ ਅੰਤ ਹੀ ਨਹੀਂ। ਜਿਹੜੀ ਗੱਲ ਕਹਿੰਦੇ ਆ ਨਾ ਕਿ ਕਾਰਪੋਰੇਟ ਘਰਾਣੇ ਹੀ ਦੇਸ਼ ਚਲਾਉਂਦੇ ਆ, ਕਾਰਪੋਰੇਟ ਘਰਾਣੇ ਹੀ ਸਿਸਟਮ ਚਲਾਉਂਦੇ ਆ, ਉਹ ਗੱਲਾਂ ਤੇ ਹਰ ਫੀਲਡ 'ਚ ਸੱਚ ਹੋ ਰਹੀਆਂ ਨੇ। ਅੱਜ ਕੱਲ੍ਹ ਤਾਂ ਹਸਪੀਟਲ ਜਿਹੜੇ ਨੇ ਉਹ ਸੇਵਾ ਦੇ ਕੇਂਦਰ ਨਹੀਂ ਰਹਿ ਗਏ ਹੋਏ, ਉਹ ਲੁੱਟ ਦੇ ਕੇਂਦਰ ਬਣ ਗਏ। ਹੋਰ ਕੋਈ ਸਵਾਲ? ਜੀ, ਤੇ ਫਿਰ ਮੰਨ ਲਿਆ ਜਿਹੜੇ ਬਹੁਤੇ, ਸਾਰਿਆਂ ਨੂੰ ਨਹੀਂ ਕਹਿ ਰਹੇ, ਬਹੁਤੇ ਸਾਧਾਂ ਦੇ ਜਿਹੜੇ ਡੇਰੇ ਨੇਗੇ ਉਹ ਵੀ ਕਾਰਪੋਰੇਟ ਚਲਾ ਰਹੇ ਨੇ। ਦੇਖੋ ਜੀ, ਸਾਧਾਂ ਦੇ ਡੇਰੇ ਕਾਰਪੋਰੇਟ ਨਹੀਂ ਚਲਾਉਂਦਾ, ਸਾਧਾਂ ਦੇ ਡੇਰੇ ਸਿਸਟਮ ਚਲਾਉਂਦਾ, ਸਿਸਟਮ ਸਰਕਾਰਾਂ ਚਲਾਉਂਦਾ। ਸਾਨੂੰ ਲੱਗਦਾ ਕਿ ਇਹ ਸਰਕਾਰ ਬੜੀ ਗੰਦੀ ਹੈ, ਸਾਨੂੰ ਲੱਗਦਾ ਕਿ ਇਹ ਪਾਰਟੀ ਬੜੀ ਗੰਦੀ ਹੈ। ਅਸੀਂ ਇੱਕ ਚੀਜ਼ ਸਮਝਦੇ ਨਹੀਂ ਹੈ। ਇਹਨਾਂ ਸਰਕਾਰਾਂ, ਇਹਨਾਂ ਪਾਰਟੀਆਂ, ਇਹਨਾਂ ਸਰਕਾਰਾਂ ਦੇ ਉੱਪਰ ਇੱਕ ਸਿਸਟਮ ਚੱਲਦਾ, ਉਹ ਸਿਸਟਮ ਇੰਟਰਨੈਸ਼ਨਲ ਆ। ਉਹ ਸਿਸਟਮ ਇੰਨਾ ਗੰਦਾ ਹੈ ਕਿ ਉਹਦੀਆਂ ਪਰਤਾਂ ਖੋਲ੍ਹਣ ਬੈਠ ਜਾਓਗੇ ਨਾ ਕਿ ਤੁਹਾਨੂੰ ਲੱਗੇਗਾ ਕਿ ਇਸ ਦੁਨੀਆ ਦੇ ਵਿੱਚ ਜੋ ਕੁਝ ਹੋ ਰਹੀ ਹੈ, ਗੰਦਗੀ ਫੈਲੀ ਹੋਈ ਆ, ਉਹ ਗੰਦਗੀ ਤਾਂ ਕੁਝ ਵੀ ਨਹੀਂ ਹੈਗੀ। ਜਿਹੜੀ ਗੰਦਗੀ ਉਹਨਾਂ ਲੋਕਾਂ ਦੇ ਦਿਮਾਗ ਵਿੱਚ ਹੈ, ਜਿਹੜੇ ਲੋਕ ਉਹ ਸਿਸਟਮ ਨੂੰ ਚਲਾ ਰਹੇ ਨੇ, ਔਰ ਉਹ ਸਿਸਟਮ ਇੰਨਾ ਕਿ ਗਰਕ ਗਿਆ ਹੋਇਆ। ਹੁਣ ਉਹ ਦੇਖੋ, ਇੱਕ ਚੀਜ਼ ਹੁੰਦੀ ਹੈ ਕਿ ਤੁਸੀਂ ਪਿਨ ਪੁਆਇੰਟ ਕਰਦੇ ਹੋ ਕਿ ਉਹ ਫਲਾਣੀ ਸੰਸਥਾ, ਫਲਾਣੇ ਬੰਦੇ, ਉਹ ਬੜੀ ਛੋਟੀ ਚੀਜ਼ ਹੈ। ਉਹਦੇ ਪਿੱਛੇ ਇੱਕ ਕਨਸੈਪਟ ਬਣਦਾ। ਕਨਸੈਪਟ ਯਾਨੀ ਸਿਧਾਂਤ, ਇੱਕ ਵਿਚਾਰ, ਇੱਕ ਆਈਡੀਆ। ਸਿਸਟਮ ਤਾਂ ਹੁਣ ਆਈਡੀਆ ਦਾ ਵੀ ਰੂਪ ਹੈਗਾ, ਤੇ ਸਿਸਟਮ ਦੇ ਵਿੱਚ ਅਦਾਰੇ ਵੀ ਨੇ, ਤੇ ਸਿਸਟਮ ਦੇ ਵਿੱਚ ਬੰਦੇ ਵੀ ਨੇ। ਲੱਭੋ ਲਵਾਬ ਇਹ ਰਹਿ ਗਿਆ ਕਿ ਸਾਰੀ ਦੁਨੀਆ ਦੀ ਕਰੀਬ 70-80%, 70 ਨਹੀਂ 80% ਤੋਂ ਉੱਪਰ ਦੌਲਤ ਕੇਵਲ ਔਰ ਕੇਵਲ 6 ਘਰਾਣਿਆਂ ਕੋਲ ਚਲੀ ਗਈ ਹੈ। ਔਰ ਉਹ ਸਾਰੀ ਦੁਨੀਆ ਦੀ ਬੈਂਕਿੰਗ ਵਿਵਸਥਾ ਔਰ ਆਇਲ ਕਾਰਪੋਰੇਸ਼ਨਾਂ ਦੇ ਮਾਲਕ ਨੇ। ਔਰ ਸਿਤਮ ਜਰੀਫੀ ਇਹ ਆ ਕਿ ਜਦੋਂ ਅਮੀਰਾਂ ਦੀਆਂ ਲਿਸਟਾਂ ਛਪਦੀਆਂ ਨੇ, ਫੋਰਬਸ ਦੀਆਂ ਛਪਦੀਆਂ ਨੇ, ਬਲੂਮਸਬਰਗ ਦੀਆਂ ਛਪਦੀਆਂ ਨੇ, ਉਹਨਾਂ 'ਚ ਉਹਨਾਂ 6 ਅਮੀਰਾਂ ਦਾ ਕਿਧਰੇ ਨਾਮ ਹੀ ਨਹੀਂ ਆਉਂਦਾ, ਜ਼ਿਕਰ ਵੀ ਨਹੀਂ ਹੁੰਦਾ, ਕੋਈ ਨਹੀਂ ਜਾਣਦਾ ਉਹ ਕੌਣ ਨੇ। ਉਹਨਾਂ 'ਚ ਇੱਕ ਬੰਦਾ ਜਿਹੜਾ ਉਹਨਾਂ ਦੇ ਵਿੱਚ ਵੀ ਮਤਲਬ ਇੱਕ ਜ਼ਿਆਦਾ ਹੀ ਓਵਰ ਐਕਟਿਵ ਹੋ ਗਿਆ, ਜਾਰਜ ਸੋਰਸ, ਐਕਸਪੋਜ਼ ਹੋ ਗਿਆ। ਐਕਸਪੋਜ਼ ਕੀ ਹੋ ਗਿਆ ਕਿ ਉਹਨੇ ਦੁਨੀਆ ਦੇ 15-20 ਮੁਲਕਾਂ 'ਚ ਮੰਦੀਆਂ ਲੈਂਦੀਆਂ। ਜਦੋਂ ਉਹਨੇ ਥਾਈਲੈਂਡ 'ਚ ਮੰਦੀ ਲਿਆਂਦੀ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਸੀ। ਉਹਨੇ ਮੁੜ ਕੇ ਮਿਆਂਮਾਰ 'ਚ ਮੰਦੀ ਲਿਆਂਦੀ, ਕਰਦੇ ਕਰਦੇ ਉਹਨੇ ਸਾਊਥ ਕੋਰੀਆ 'ਚ ਵੀ ਮੰਦੀ ਲੈਂਦੀ,
ਰਸ਼ੀਆ 'ਚ ਮੰਦੀ ਲੈ ਕੇ ਆਇਆ 1997 'ਚ ਹੈ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਸੀ। ਫਿਰ ਉਹਨੇ ਜਾਪਾਨ 'ਚ ਮੰਦੀ ਲੈਣ ਦੀ, ਤਾਂ ਵੀ ਕਿਸੇ ਨੂੰ ਕੋਈ ਬਹੁਤ ਬੜੀ ਪ੍ਰੋਬਲਮ ਨਹੀਂ ਹੋਈ। ਉਹ ਮੁੜ ਕੇ 2007 'ਚ ਅਮਰੀਕਾ ਨੂੰ ਪੈ ਨਿਕਲਿਆ, ਉਹਨੇ ਅਮਰੀਕਾ 'ਚ ਮੰਦੀ ਲੈਣ ਦੀ। ਉਹ ਕਹਿਣ ਦਾ ਮਤਲਬ ਉਹਦਾ ਨਾਂ ਪੈ ਗਿਆ ਮੰਦੀ ਮੈਨ, ਮੈਨ ਆਫ ਰਿਸੈਸ਼ਨ ਹੈ। ਤੇ ਉਹਦੇ ਬਾਰੇ ਇੱਕ ਕਹਾਵਤ ਆ ਗਈ, ਇੱਕ ਕਹਾਵਤ ਹੁੰਦੀ ਹੈ ਨਾ, ਕਹਿੰਦੀ ਦੋਜ਼ ਹੂ ਰਾਈਜ਼ ਬਾਈ ਦਾ ਸਵੋਰਡ ਸੈਲ ਪੈਰਿਸ ਬਾਈ ਦਾ ਸਵੋਰਡ। ਕਹਾਵਤ ਬਣ ਗਈ ਅਰਥ ਸ਼ਾਸਤਰ ਦੇ ਵਿੱਚ, ਦੋਜ਼ ਹੂ ਰਾਈਜ਼ ਬਾਈ ਜਾਰਜ ਸੋਰਸ ਪੈਰਿਸ ਬਾਈ ਜਾਰਜ ਸੋਰਸ। ਉਹਨਾਂ 'ਚੋਂ ਇੱਕ ਬੰਦੇ ਬਾਰੇ ਅਸੀਂ ਜਾਣਦੇ ਹਾਂ, ਜਾਰਜ ਸੋਰਸ ਬਾਰੇ, ਬਾਕੀ ਦੇ 5 ਬੰਦੇ ਕਿਹੜੇ ਨੇ ਆਪਾਂ ਨਹੀਂ ਜਾਣਦੇ। ਤੇ ਉਹ ਕਹਿਣ ਦਾ ਮਤਲਬ ਕਿ ਉਹ ਬੰਦੇ ਸਿਸਟਮ ਚਲਾਉਂਦੇ ਨੇ। ਹੁਣ ਦੁਨੀਆ ਦੇ ਥਿੰਕ ਟੈਂਕ ਨੇ, ਥਿੰਕ ਟੈਂਕਾਂ ਦੇ ਵਿੱਚ ਜਥੇਬੰਦੀਆਂ ਬਣੀਆਂ ਹੋਈਆਂ ਨੇ, ਜਿਵੇਂ ਅਸੀਂ ਜਾਣਦੇ ਹਾਂ ਕਿ ਪੈਂਟਾਗਨ ਨਾਂ ਦੀ ਇੱਕ ਜਥੇਬੰਦੀ ਬੜੀ ਪਾਵਰਫੁਲ ਹੈ। ਫਿਰ ਉਹਦੇ ਵਿੱਚ ਹੋਰ ਅੱਗੇ ਸਕੂਲ ਆਫ ਥਾਟ ਨੇ, ਜਿਹੜੇ ਤੁਹਾਨੂੰ ਲੱਗਦਾ ਹੈ ਕਿ ਵਾਸ਼ਿੰਗਟਨ ਸਕੂਲ ਆਫ ਥਾਟ ਹੈ ਜਾਂ ਹੋਰ ਬਹੁਤ ਸਾਰੇ ਨੇ। ਉਹ ਇਹ ਚੀਜ਼ਾਂ ਨੇ। ਫਿਰ ਯੂਨੀਵਰਸਿਟੀਆਂ ਇਨਵੋਲਵ ਹੋ ਜਾਂਦੀਆਂ ਨੇ, ਕੈਂਬਰਿਜ ਹੋ ਗਈ, ਹਾਰਵਰਡ ਹੋ ਗਈ ਹੈ, ਇਹ ਆਕਸਫੋਰਡ ਹੋ ਗਈ, ਓਹਾਈਓ ਹੋ ਗਈ, ਸਟੈਨਫੋਰਡ ਹੋ ਗਈ। ਤੇ ਇਹ ਬੜੇ ਲੈਵਲ ਤੇ ਚਲਾਇਆ ਜਾਂਦਾ। ਫਿਰ ਏਜੰਸੀਆਂ ਇਨਵੋਲਵ ਹੁੰਦੀਆਂ ਨੇ, MI6 ਹੋ ਗਈ, ਮੋਸਾਦ ਹੋ ਗਈ, CIA ਹੋ ਗਈ। ਇਹ ਇੱਕ ਬਹੁਤ ਵੱਡਾ ਬਰਾਡ ਸਿਸਟਮ ਹੈ, ਜਿਹੜਾ ਸਿਰਫ ਇਸ ਕਰਕੇ ਚਲਾਇਆ ਜਾ ਰਿਹਾ ਹੈ ਕਿ ਇਹ 6 ਬੰਦਿਆਂ ਕੋਲ ਹੀ ਦੁਨੀਆ ਦੀ ਦੌਲਤ ਰਹੇਗੀ ਹੈ। ਔਰ ਦੁਨੀਆ ਦੇ ਬਾਕੀ ਜਿਹੜੇ ਕਾਰਪੋਰੇਟ ਘਰਾਣੇ ਨੇ, ਹੁਣ ਜਿਵੇਂ ਅਸੀਂ ਜਾਣਦੇ ਹਾਂ ਕਿ ਐਲਨ ਮਸਕ ਬੜਾ ਅਮੀਰ ਹੋ ਗਿਆ, ਅੰਬਾਨੀ ਬੜਾ ਅਮੀਰ ਹੋ ਗਿਆ। ਬੇਸਿਕਲੀ ਜਿਹੜੇ ਇਹ ਅਦਾਨੀ, ਅੰਬਾਨੀ ਜਾਂ ਇਹ ਮਸਕ ਵਗੈਰਾ ਨੇ, ਇਹ ਉਹਨਾਂ ਘਰਾਣਿਆਂ ਦੇ ਰਿਟੇਲਰ ਨੇ। ਉਹ ਹੋਲਸੇਲਰ ਬੈਠੇ ਨੇ। ਹੋਲਸੇਲਰ ਵੀ ਕੀ ਨੇ, ਉਹ ਮਤਲਬ ਸਾਰਾ ਕੁਝ ਸਾਂਭਦੇ ਆ। ਤੇ ਉਹ ਕਹਿਣ ਦਾ ਮਤਲਬ ਛੋਟੇ ਮੋਟੇ ਕਾਰੋਬਾਰ ਇਹਨਾਂ ਲੋਕਾਂ ਨੂੰ ਵੀ ਦਿੱਤੇ ਜਾਂਦੇ ਨੇ। ਔਰ ਇਸ ਤਰੀਕੇ ਨਾਲ ਕਾਰਪੋਰੇਟ ਸਿਸਟਮ ਵੱਧਦਾ ਫੁੱਲਦਾ ਹੈਗਾ। ਹੁਣ ਮੰਨ ਲਓ ਹਿੰਦੁਸਤਾਨ ਹੀ ਹੈ, ਹਿੰਦੁਸਤਾਨ ਦੀ ਆਬਾਦੀ ਕਿੰਨੀ ਹੈ ਜੀ? 140 ਕਰੋੜ। ਤੁਸੀਂ ਮੰਨ ਲਓ ਮੋਟੇ ਤੌਰ ਤੇ 10 ਜਾਂ 15 ਬੰਦਿਆਂ ਕੋਲ ਸਾਰੀ ਦੌਲਤ ਹੈ। ਇਹਦਾ ਮਤਲਬ ਹੈ ਕਿ ਹਿੰਦੁਸਤਾਨ ਦੇ ਵਿੱਚ ਹਰ 10 ਕਰੋੜ ਜਾਂ 15 ਕਰੋੜ ਬੰਦਿਆਂ ਦੀ ਦੌਲਤ ਤੇ ਕਬਜ਼ਾ ਕਿਹਨੇ ਕੀਤਾ ਹੋਇਆ? ਇੱਕ ਬੰਦੇ ਨੇ। ਹੁਣ ਇਹ ਸੱਚਾਈ ਅਗਰ ਲੋਕਾਂ ਤੱਕ ਪਹੁੰਚਦੀ ਹੈ, ਤੁਸੀਂ ਦੱਸੋ ਵੀ ਕਿੰਨੇ ਕੁ ਦਿਨ ਤੱਕ ਇਹ ਸਿਸਟਮ ਚੱਲੇਗਾ? ਇਹ ਸਿਸਟਮ ਨੂੰ 10 ਦਿਨ ਨਹੀਂ ਲੱਗਣੇ ਕ੍ਰੈਸ਼ ਹੋਣ ਵਾਸਤੇ। 10 ਦਿਨਾਂ 'ਚ ਲੋਕਾਂ ਨੇ 10 ਕਰੋੜ ਬੰਦਿਆਂ ਨੇ ਰਲ ਕੇ ਉਹ ਬੰਦਾ, ਚਾਹੇ ਤੁਸੀਂ ਕਿਤੇ ਵੀ ਛੁਪਾ ਲਓ, ਚਾਹੇ ਤੁਸੀਂ ਸਵਰਗ 'ਚ ਵੀ ਲੈ ਜਾਓ, ਚਾਹੇ ਤੁਸੀਂ ਉਹਨੂੰ ਰਾਵਣ ਨੇ ਜਿਹੜੀ ਲੰਕਾ ਬਣਾਈ ਸੀ ਤੁਸੀਂ ਉੱਥੇ ਵੀ ਲੈ ਜਾਓ, ਲੋਕਾਂ ਨੇ ਉੱਥੇ ਲੱਭ ਕੇ ਵੀ ਮਾਰ ਦੇਣਾ ਹੈ। ਔਰ ਉਹ ਦੌਲਤ ਲੋਕਾਂ ਨੇ ਆਪੋ 'ਚ ਵੰਡ ਲੈਣੀ ਹੈ। ਔਰ ਡੈਮੋਕ੍ਰੇਸੀ ਦਾ ਸਿਧਾਂਤ ਤੇ ਇਹਦੇ ਸਿਸਟਮ ਦੇ ਨਾਲ ਮੈਚ ਹੀ ਨਹੀਂ ਕਰਦਾ। ਡੈਮੋਕ੍ਰੇਸੀ ਕੀ ਕਹਿੰਦੀ ਹੈ ਕਿ ਇਕੁਐਲਿਟੀ, ਫਰੈਟਰਨਿਟੀ ਐਂਡ ਲਿਬਰਟੀ। ਇਹ ਸਾਨੂੰ ਫਰਾਂਸ ਦੀ ਕ੍ਰਾਂਤੀ ਨੇ ਸਿਧਾਂਤ ਦਿੱਤੇ। ਚੌਥਾ ਸਿਧਾਂਤ ਸਾਨੂੰ ਦਿੱਤਾ ਅਮਰੀਕਾ ਦੀ ਕ੍ਰਾਂਤੀ ਨੇ, ਰਿਪਰਜੈਂਟੇਸ਼ਨ ਦਾ। ਹੁਣ ਮੈਨੂੰ ਦੱਸੋ ਕਿ ਅੱਜ ਜਿਹੜਾ ਸਾਡੇ ਮੁਲਕ 'ਚ ਸਿਸਟਮ ਚੱਲ ਰਿਹਾ, ਜਿਹੜੇ ਲੋਕ ਸਾਡੇ ਇਹ ਪਾਰਟੀਆਂ ਨੇ, ਚਾਹੇ ਅਕਾਲੀ ਦਲ ਹੈ, ਚਾਹੇ ਕਾਂਗਰਸ ਹੈ, ਚਾਹੇ BJP ਆ, ਚਾਹੇ ਜਨਤਾ ਦਲ ਆ, ਇਹ ਜਿਹੜੇ ਲੀਡਰ ਨੇ, ਜਿਹੜੇ ਇਹਨਾਂ ਪਾਰਟੀਆਂ ਨੂੰ ਚਲਾ ਰਹੇ ਨੇ, ਦੱਸੋ ਕਿ ਇਹਨਾਂ ਚਾਰਾਂ ਸਿਧਾਂਤਾਂ 'ਚੋਂ ਇਹ ਕਿਹੜੇ ਸਿਧਾਂਤ 'ਤੇ ਖੜੇ ਨੇ? ਇਕੁਐਲਿਟੀ, ਇਹ ਤੇ ਸਾਡੇ ਬਰਾਬਰ ਹੀ ਨਹੀਂ ਹੈਗੇ। ਇਹ ਤਾਂ ਹਵਾਈ ਜਹਾਜ਼ਾਂ 'ਚ ਤੁਰਨ ਫਿਰਨ ਵਾਲੇ ਬੰਦੇ ਨੇ, ਇਹ ਤਾਂ ਇਹਨਾਂ ਦੇ ਤੇ ਮਹਿਲਾਂ ਵਰਗੇ ਘਰ ਨੇ ਇਹਨਾਂ ਦੇ ਹੈ। ਫਰਟਰਨਿਟੀ ਯਾਨੀ ਕਿ ਸਾਂਝੀਵਾਲਤਾ, ਇਹ ਤੇ ਸਾਡੇ ਨਾਲ ਸਾਂਝੀਵਾਲ ਕਿਵੇਂ ਹੋ ਸਕਦੇ? ਇਹ ਹਾਈ ਲੈਵਲ ਦੇ ਲੋਕ ਨੇ ਹੈ। ਤੀਜਾ ਹੁੰਦਾ ਲਿਬਰਟੀ ਦੇ ਵਿੱਚ ਤਾਂ ਤੁਸੀਂ ਦੇਖਦੇ ਹੀ ਹੋ ਕਿ ਲੋਕਾਂ ਦੀਆਂ ਆਵਾਜ਼ਾਂ ਨੂੰ ਕੁਚਲਿਆ ਜਾ ਰਿਹਾ। ਔਰ ਚੌਥਾ ਸਿਧਾਂਤ ਜਿਹੜਾ ਹੈਗਾ ਅਮਰੀਕਾ ਦੀ ਕ੍ਰਾਂਤੀ ਦਾ, ਉਹ ਸਭ ਤੋਂ ਖਤਰਨਾਕ ਹੈ, ਰਿਪਰਜੈਂਟੇਸ਼ਨ। ਜਦੋਂ ਇਹ ਬੰਦੇ ਸਾਡੇ ਵਰਗੇ ਹੈ ਹੀ ਨਹੀਂ, ਤੇ ਇਹ ਕਿਵੇਂ ਪਾਰਲੀਮੈਂਟ ਵਿੱਚ ਬਹਿ ਕੇ ਜਾਂ ਵਿਧਾਨ ਸਭਾ 'ਚ ਬਹਿ ਕੇ ਸਾਨੂੰ ਰਿਪਰਜੈਂਟ ਕਰਦੇ? ਇਹ ਤਾਂ ਸਾਨੂੰ ਰਿਪਰਜੈਂਟ ਹੀ ਨਹੀਂ ਕਰਦੇ। ਜਿਹੜਾ ਬੰਦਾ ਸਾਡੇ ਵਰਗਾ ਹੀ ਨਹੀਂ ਹੈਗਾ, ਜਿਹੜਾ ਬੰਦਾ 1-1 ਕਰੋੜ ਦੀਆਂ ਗੱਡੀਆਂ 'ਚ ਚੱਲਦਾ, ਜਿਹੜੇ ਬੰਦਾ ਮਹਿਲਾਂ ਵਰਗੇ ਘਰਾਂ 'ਚ ਰਹਿੰਦਾ, ਜਿਹਦੇ ਏਡੇ ਵੱਡੇ ਫਾਰਮ ਹਾਊਸ ਨੇ, ਜਿਹਦੇ ਘਰ ਦੇ ਵਿੱਚ ਹੈਲੀਕਾਪਟਰ, ਚਾਰਟਰਡ ਪਲੇਨ ਖੜੇ ਨੇ। ਕਹਿੰਦੇ ਵੀ ਕਲਯੁੱਗ ਦੇ ਵਿੱਚ ਜਿਹੜਾ ਭਾਰ ਹੈ ਉਹਨਾਂ ਨੇ ਵੀ ਆਪਣੇ ਚੁੱਕਿਆ, ਜਿਵੇਂ ਉਹਨਾਂ ਦਾ ਕਿ ਮਸ਼ਹੂਰ ਹੈ। ਮੇਰਾ ਸਰਸਾ ਜ਼ਿਲ੍ਹਾ ਹੈ ਨਾ, ਤੇ ਸਾਡੇ ਸਾਰੇ ਸਰਸੇ ਜ਼ਿਲ੍ਹੇ 'ਚ ਕਹਿਣ ਕਿ ਜੀ ਬਾਬਾ ਸਾਰਾ ਕਲਯੁੱਗ ਉਹਨੇ ਆਪ ਦੇ ਸਿਰ ਤੇ ਲੈ ਲਿਆ। ਜੇ ਬਾਬਾ ਕਲਯੁੱਗ ਸਿਰ ਤੇ ਨਾ ਲੈਂਦਾ ਤੇ ਇਹ ਸਮਝ ਲਓ ਵੀ ਸਾਡੇ ਹਿੰਦੁਸਤਾਨ ਦੀ ਤਬਾਹੀ ਮੱਚ ਜਾਣੀ ਸੀ। ਲੋਕਾਂ ਦੇ ਮਨ 'ਚ ਹੈ ਇਹ। ਹੁਣ ਜਿਹੜੇ ਲੋਕ ਭੋਲੇ ਭੰਡਾਰੇ ਇੱਥੋਂ ਦੀ ਜਾਂਦੇ ਆ, ਕਲਯੁੱਗ ਇੰਗਲੈਂਡ ਤਾਂ ਜਾਂਦਾ ਨਹੀਂ, ਨਾ ਅਮਰੀਕਾ ਜਾਂਦਾ, ਨਾ ਚੀਨ ਜਾਂਦਾ, ਨਾ ਰੂਸ ਜਾਂਦਾ, ਨਾ ਜਾਪਾਨ ਜਾਂਦਾ। ਜਦੋਂ ਆਉਂਦਾ ਕਲਯੁੱਗ ਠਾਹ ਲੈਣੇ ਹਿੰਦੁਸਤਾਨ 'ਚ ਆ ਜਾਂਦਾ। ਕਮਾਲ ਦੀ ਧਰਤੀ ਆ। ਔਰ ਕਲਯੁੱਗ ਨੂੰ ਫਿਰ ਆਪਦੇ ਸਿਰ ਤੇ ਇੱਥੇ ਦਾ ਕੋਈ ਨਾ ਕੋਈ ਸੰਤ ਹੈ ਜਾਂ ਸਾਧ ਹੈ ਬੜਾ, ਜਿਹਨੂੰ ਆਪਾਂ ਬਰਮ ਅਵਸਥਾ ਵਾਲਾ ਬੰਦਾ ਆਪਦੇ ਸਿਰ ਤੇ ਲੈਂਦਾ। ਕਮਾਲ ਗੱਲ ਨਹੀਂ। ਕਲਯੁੱਗ ਹੈ ਕੀ? ਦੇਸ਼ ਦੇ ਉੱਤੇ ਜਿਹੜੀਆਂ ਸਮੱਸਿਆਵਾਂ ਪੈਦਾ ਹੋਈਆਂ, ਮਨੁੱਖਤਾ ਦੀ ਗਰੀਬੀ ਹੈ, ਲੋਕਾਂ ਦੀ ਗਰੀਬੀ ਹੈ, ਭਾਈਚਾਰੇ ਨੂੰ ਤੋੜਿਆ ਗਿਆ, ਜਾਤ ਪਾਤ ਨੂੰ ਪੈਦਾ ਕੀਤਾ ਗਿਆ, ਊਚ ਨੀਚ ਨੂੰ ਪੈਦਾ ਕੀਤਾ ਗਿਆ, ਉਹ ਤਾਂ ਸਰਕਾਰਾਂ ਤੇ ਧਰਮਾਂ ਨੇ ਰਲ ਕੇ ਪੈਦਾ ਕੀਤਾ। ਤੇ ਕਲਯੁੱਗ ਦੇ 'ਚ ਕਿੱਥੋਂ ਆ ਗਿਆ ਜੀ? ਜੇ ਦੂਜੇ ਮੁਲਕਾਂ ਦੇ ਵਿੱਚ ਇਨਸਾਨੀਅਤ ਦੀ ਸਮਾਨਤਾ ਹੈ, ਆਪਣੇ ਮੁਲਕ 'ਚ ਵੀ ਆ ਸਕਦੀ ਹੈ। ਉਧਰ ਨਹੀਂ ਜਾਣ ਦੇਣਾ। ਡਿਵਾਈਨ ਥਿਊਰੀ ਦੇ ਵਿੱਚ ਪਾ ਦਿਓ ਵੀ ਸਾਨੂੰ ਤਾਂ ਬਰਮਾ ਨੇ ਜੀ ਆਹ ਸ਼ੂਦਰ ਬਣਾਤੇ, ਪੰਡਤ ਬਣਾਤੇ, ਆ ਕਸ਼ਤਰੀ ਬਣਾਤੇ, ਆ ਵੈਸ਼ ਬਣਾਤੇ। ਲਓ ਜੀ,
ਤੇ ਕਮਾਲ ਆ, ਬਰਮਾ ਦੇ ਪੈਰ ਚੋਂ ਪੈਦਾ ਹੋਇਆ ਸ਼ੂਦਰ। ਵੈਸੇ ਤਾਂ ਬਰਮਾ ਦੇ ਅਸੀਂ ਪੈਰਾਂ 'ਚ ਸਿਰ ਧਰਦੇ ਆ ਨਾ। ਜੇ ਉਹਦੇ ਪੈਰਾਂ 'ਚੋਂ ਪੈਦਾ ਹੋਇਆ ਸ਼ੂਦਰ ਸਾਡੇ ਨਾਲ ਲੱਗ ਜੇ ਅਸੀਂ ਪਿੱਟੇ ਜਾਂਦੇ ਆ। ਹੈ ਤਾਂ ਬਰਮਾ ਦਾ ਰੂਪ ਹੀ ਸ਼ੂਦਰ ਵੀ, ਇੱਕ ਸਿਰ 'ਚੋਂ ਹੈ, ਇੱਕ ਆਪਣੇ ਜਿਵੇਂ ਕਹਿੰਦੇ ਡੌਲਿਆਂ 'ਚੋਂ ਹੈ, ਇੱਕ ਪੇਟ 'ਚੋਂ ਹੈ, ਇੱਕ ਪੈਰਾਂ 'ਚੋਂ ਹੈ। ਤੇ ਜੇ ਪੈਰ ਨਾ ਹੁਣ ਸਿਰ ਕਿੱਥੇ ਖੜੂਗਾ? ਤੇ ਪੈਰਾਂ ਦੇ ਨਾਲ ਲੱਗਣ ਨਾਲ ਜਾਂ ਸ਼ੂਦਰ ਦੇ ਨਾਲ ਲੱਗਣ ਨਾਲ ਬੰਦਾ ਪਿੱਟਿਆ ਜਾਵੇ ਧਰਤੀ ਦੇ ਉੱਤੇ, ਉਹ ਵੀ ਭਾਰਤ ਵਿੱਚ ਜਾਇਆ ਹੋਵੇ ਜਿਹੜਾ, ਤੇ ਇਹ ਤਾਂ ਕਿਸੇ ਵਿਗਿਆਨ ਦੇ ਸਿਧਾਂਤ 'ਚ ਤਾਂ ਆਉਂਦਾ ਨਹੀਂ ਭਾਈ। ਇਹਨਾਂ ਨੇ ਪਤਾ ਨਹੀਂ ਕਿੱਥੋਂ ਭਾਲ ਰੱਖਿਆ। ਇਸ ਕਰਕੇ ਬਾਬੇ ਆ ਜਿਹੜੇ ਨਾ, ਇਹ ਇਹੋ ਜਿਹੇ ਲਿਆਂਦੇ ਨੇ ਤੇ ਉਹ ਪੈਰੋਲ ਤੇ ਲਿਆ ਕੇ ਫਿਰ ਉਹਨਾਂ ਨੇ ਆਪਣਾ ਇੱਕ ਨਾ ਸਿਆਸੀ ਜਲਵਾ ਤੇ ਜਲਾਉ ਦਿਖਾਉਣਾ। ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋ ਰਹੀ ਹੈ, ਕੌਮੀ ਇਨਸਾਫ ਮੋਰਚਾ ਮੋਹਾਲੀ ਲੱਗਿਆ ਹੋਇਆ ਹੈ, ਉਸ ਨੂੰ ਫਿਰ ਤੁਸੀਂ ਕਿਵੇਂ ਵੇਖਦੇ ਹੋ ਜੇਕਰ ਇੱਧਰ ਵੇਖਿਆ ਜਾਵੇ? ਦੇਖੋ ਬੇਟੇ, ਜਿਸ ਬੰਦੇ ਨੇ ਕੋਈ ਗੁਨਾਹ ਕੀਤਾ, ਅਪਰਾਧ ਕੀਤਾ, ਉਹਨੂੰ ਸਜ਼ਾ ਚਾਹੀਦੀ ਹੈ। ਜਿਸ ਬੰਦੇ ਦੀ ਸਜ਼ਾ ਪੂਰੀ ਹੋ ਗਈ ਉਹ ਰਿਹਾ ਕਰਨਾ ਬਣਦਾ। ਬਿਨਾਂ ਰਿਹਾ ਉਹਨੂੰ ਰੱਖਿਆ ਕਿਹੜੇ ਆਧਾਰ ਤੇ, ਕਿਸ ਆਧਾਰ ਤੇ ਪਤਾ ਲੱਗੇ ਨਾ ਵੀ ਕੈਦੀ ਨੂੰ ਉਸ ਤੋਂ ਬਾਅਦ ਵੀ ਅਸੀਂ ਰੱਖਣਾ ਹੈ। ਦੱਸ ਦੇਣਾ ਨਾ ਵੀ ਆਹ ਧਾਰਾ ਹੈ, ਆਹ ਸੰਵਿਧਾਨ ਦਾ ਆਰਟੀਕਲ ਹੈ। ਇਸ ਕਰਕੇ ਅਸੀਂ ਜਿੰਨਾ ਚਿਰ ਮਰਜ਼ੀ ਸਰਕਾਰ ਜੀ ਨੂੰ ਰੱਖੀ ਰੱਖੇ। ਜੇ ਕਹਿਣ ਜੀ ਇਹਨਾਂ ਤੋਂ ਦੇਸ਼ ਨੂੰ ਖਤਰਾ ਹੈ, ਮੈਂ ਕਹਿੰਦਾ ਦੇਸ਼ ਨੂੰ ਖਤਰਾ ਤਾਂ ਹਿੰਦੁਸਤਾਨ ਦੀਆਂ ਸਰਕਾਰਾਂ ਤੋਂ ਹੈ। ਦੇਸ਼ ਨੂੰ ਖਤਰਾ ਹਿੰਦੁਸਤਾਨ ਦੀ ਰਾਜਕਰਤਾ ਸ਼੍ਰੇਣੀ ਤੋਂ ਹੈ, ਭ੍ਰਸ਼ਟ ਸ਼੍ਰੇਣੀ ਤੋਂ ਹੈ, ਫਿਰਕਾ ਪ੍ਰਸਤ ਸ਼੍ਰੇਣੀ ਤੋਂ ਹੈ, ਜਾਤ ਪਾਤ ਮੰਨਣ ਵਾਲੀ ਸ਼੍ਰੇਣੀ ਤੋਂ ਹੈ। ਇੱਕ ਬੰਦਾ ਸਧਾਰਨ ਅਪਰਾਧ ਕਰ ਲਿਆ, ਉਹਨੂੰ ਸਜ਼ਾ ਹੋ ਗਈ, ਸਜ਼ਾ ਪੂਰੀ ਹੋ ਗਈ, ਉਸ ਤੋਂ ਬਾਅਦ ਉਹਨੂੰ ਕੀ ਖਤਰਾ ਹੈ ਜੀ? ਐਵੇਂ ਬਕਵਾਸ ਕਰਦੇ, ਕੋਈ ਖਤਰਾ ਨਹੀਂ। ਜਿਹਦੇ ਹੱਕ ਬਣਦਾ ਉਹਨੂੰ ਰਿਹਾ ਕਰੋ। ਕਿਸੇ ਨੂੰ ਹਿੰਦੂ ਕਹਿ ਕੇ ਜਾਂ ਸਿੱਖ ਕਹਿ ਕੇ ਜਾਂ ਬੰਦੀ ਸਿੰਘ ਕਹਿ ਕੇ ਜਾਂ ਯਹੂਦੀ ਕਹਿ ਕੇ ਜਾਂ ਮੁਸਲਮਾਨ ਕਹਿ ਕੇ ਅੰਦਰ ਰੱਖ ਲੈਣਾ, ਇਹ ਬੜੀ ਮਾੜੀ ਗੱਲ ਹੈ। ਇਹ ਤਾਂ ਸੰਵਿਧਾਨ 'ਚ ਕਿਤੇ ਲਿਖਿਆ ਨਹੀਂ। ਜਾਂ ਤਾਂ ਜਿਹੜਾ ਇੰਡੀਅਨ ਪਲੰਡਰ ਕੋਡ ਆ ਦੱਸ ਦੇਣ ਵੀ ਭਾਈ ਜੇ ਤਾਂ ਬੰਦੀ ਸਿੰਘ ਹੈ ਉਹਨਾਂ ਤੋਂ ਉਹਨਾਂ ਦੀ ਰਿਹਾਈ ਨਹੀਂ ਹੋ ਸਕਦੀ। ਉਦੋਂ ਬਾਅਦ ਭਾਵੇਂ ਬੰਦਾ ਸਰਕਾਰ ਦੇ 40 ਬੰਦੇ ਰਲ ਕੇ 12 ਜਾਂ 13 ਬੰਦਿਆਂ ਦਾ ਝੂਠਾ ਮੁਕਾਬਲਾ ਕਰਕੇ ਉਹਨਾਂ ਨੂੰ ਮਾਰ ਦੇਣ ਤੇ ਉਹ ਬਰੀ ਹੋ ਸਕਦੇ ਆ। ਬਾਪੂ ਜੀ, ਤੁਸੀਂ ਪਹਿਲੇ ਦਰਜੇ ਦੇ ਅਫਸਰ ਰਹੇ ਹੋ, ਸਰਕਾਰ ਦੇ ਵਿੱਚ ਵੀ ਤੁਸੀਂ ਰਹੇ ਹੋ, ਨੀਤੀ ਘਾੜੇ ਰਾਜਨੀਤਿਕ ਲੋਕ ਉਹਨਾਂ ਨੂੰ ਮਿਲਦੇ ਰਹੇ ਹੋ, ਸਮਾਜ 'ਚ ਵਿਚਰਦੇ ਰਹੇ ਹੋ। ਜਦੋਂ ਸਿਰਸੇ ਵਾਲੇ ਨੂੰ ਸਜ਼ਾ ਹੋਈ ਹੈ ਜਿਸ ਦਿਨ, ਤਾਂ ਉਹਨਾਂ ਨੂੰ ਜਿਵੇਂ ਹੀ ਸਜ਼ਾ ਹੋਈ ਉਸ ਤੋਂ ਬਾਅਦ 'ਚ ਉੱਥੇ ਦੰਗੇ ਭੜਕੇ ਸਨ ਪੰਚਕੂਲਾ ਦੇ ਵਿੱਚ। ਇੰਨੀ ਜ਼ਿਆਦਾ ਸਮਾਜ ਦਾ ਵੀ ਨੁਕਸਾਨ ਹੋਇਆ, ਸਰਕਾਰੀ ਮਸ਼ੀਨਰੀ ਤੇ ਸਰਕਾਰੀ ਅਫਸਰਸ਼ਾਹੀ ਸਭ ਦਾ ਮਤਲਬ ਨੁਕਸਾਨ ਹੋਇਆ, ਬਕਾਇਦਾ ਹੋਇਆ। ਮਤਲਬ ਵੀ ਦੱਸੋ ਨਾ ਵੀ ਕੀ ਉਹਦਾ ਆਪਾਂ ਪਿਛੋਕੜ ਵੇਖੋ ਬਾਬੇ ਦਾ। ਉਹ ਸਿੱਧੂ ਬਰਾੜ ਜੱਟ ਹੈ, ਉਹ ਗਰੀਬ ਘਰ ਚੋਂ ਆਇਆ। ਇਹ ਵੀ ਪੱਕੀ ਗੱਲ ਹੈ, ਕੋਈ ਇਹ ਨਹੀਂ ਕੋਈ ਵੀ 5-7 ਹਜ਼ਾਰ ਏਕੜ ਦਾ ਮਾਲਕ ਸੀ ਕੋਈ, ਉਹ ਗਰੀਬ ਘਰ ਚੋਂ ਆਇਆ ਉਹ, ਪਰ ਡੇਰੇ ਦਾ ਮਾਲਕ ਬਣ ਗਿਆ। ਹੈਂ, ਉਦੋਂ ਪਹਿਲਾਂ ਜਿਹੜਾ ਬਾਬਾ ਸੀਗਾ, ਮੈਂ ਵਿਚਾਰੇ ਦਾ ਨਾਂ ਭੁੱਲ ਗਏ, ਸਤਨਾਮ ਸਿੰਘ, ਉਹਦੀ ਥਾਂ ਇਹਨੂੰ ਬਾਇਆ ਗਿਆ। ਇਹਨਾਂ ਕੋਲੇ ਕੁਝ ਖਾੜਕੂ ਵੀ ਆਉਂਦੇ ਸੀ, ਇਹ ਪੱਕੀ ਗੱਲ ਹੈ। ਹਾਂ, ਜਿਹਨਾਂ ਨੂੰ ਖਾੜਕੂ ਕਹਿੰਦੇ ਨਾ, ਕਿਉਂਕਿ ਜਿਹੜਾ ਪੰਜਾਬ ਦਾ ਅੱਤਵਾਦ ਹੈ ਨਾ, ਇੱਥੋਂ ਤੱਕ ਖਾੜਕੂ ਵੀ ਅੱਤਵਾਦ ਦੇ ਸ਼ਿਕਾਰ ਸੀ। ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਸਾਨੂੰ ਕਿਉਂ ਵਰਤਿਆ ਤੇ ਕਿਵੇਂ ਵਰਤਿਆ, ਕਿਉਂਕਿ ਸਧਾਰਨ ਪੇਂਡੂ ਮੁੰਡੇ ਹੁੰਦੇ ਸੀ। ਉਹਨਾਂ ਨੂੰ ਕਹਿ ਦੇਣਾ ਜੀ ਤੁਹਾਡੀ ਸਿੱਖੀ ਨੂੰ ਖਤਰਾ ਹੈ, ਕਿਸੇ ਨੂੰ ਕਹਿ ਦੇਣਾ ਤੁਹਾਨੂੰ ਪੰਜਾਬ ਨੂੰ ਖਤਰਾ ਹੈ, ਕਿਸੇ ਨੂੰ ਕਹਿਣਾ ਜੀ ਹਿੰਦੂ ਧਰਮ ਨੂੰ ਖਤਰਾ ਹੈ। ਆਹ ਖਤਰੇ ਪੈਦਾ ਕੀਤੇ ਆ ਬਕਾਇਦਾ। ਇਹ 'ਤੇ ਰਿਪੋਰਟਾਂ ਛਪ ਗਈਆਂ, ਕਿਤਾਬਾਂ ਛਪ ਗਈਆਂ। GBS ਸਿੱਧੂ ਹੈ, ਉਹਦੀ ਕਿਤਾਬ ਹੈ ਕੰਸਪੀਰੇਸੀ ਆਫ ਖਾਲਿਸਤਾਨ। ਉਹਨੇ ਦੱਸਤਾ ਵੀ ਇਹ ਸਾਰਾ ਕੁਝ ਸਰਕਾਰੀ ਪੱਧਰ 'ਤੇ ਹੋਇਆ। ਇੱਕ ਕ੍ਰਿਸ਼ਨਾ ਮਨਲੋਇਆ ਧਾਰਾ ਹੈ, ਉਹਦੀ ਕਿਤਾਬ ਆਈ ਆ ਖੁੱਲ੍ਹੇ ਭੇਦ। ਉਹਨੇ ਤਾਂ ਮਾਂ ਦੇ ਪੁੱਤ ਨੇ ਕਮਾਲ ਹੀ ਕਰਤੀ। ਉਹਨੇ ਤਾਂ ਦਿਨ, ਕਿਹੜਾ ਸਮਾਂ, ਕਿਹੜਾ ਦਿਨ, ਕਿਹੜਾ ਵਾਰ ਤੇ ਕਿਹਨੇ ਬਹਿ ਕੇ ਸਲਾਹ ਕੀਤੀ, ਉਹਨੇ ਸਾਰਾ ਕੁਝ ਦਰਜ ਕਰਤਾ। ਉਹਨੂੰ ਸਲਾਮ ਹੈ ਉਸ ਬੰਦੇ ਨੂੰ ਜਿਹਨੇ ਸਰਕਾਰ ਦੇ ਵਿੱਚ ਨੌਕਰੀ ਕਰਦਿਆਂ ਹੋਇਆਂ ਆਪਦੀ ਆਤਮਾ ਮਰਨ ਨਹੀਂ ਦਿੱਤੀ। ਉਹਨੇ ਵੀ ਦੱਸਤਾ ਵੀ ਸਾਰਾ ਕੁਝ ਸਰਕਾਰੀ ਤੰਤਰ 'ਚੋਂ ਪੈਦਾ ਹੋਇਆ। ਇਹ ਤਾਂ ਲੋਕ ਤਾਂ ਉਹਦੇ ਵਿਚਾਰੇ ਸ਼ਿਕਾਰ ਨੇ। ਇਹਦੇ ਵਿੱਚ ਵੱਡੇ ਵੱਡੇ ਜਿਹੜੇ ਸੰਤ ਨੇ ਅਖੌਤੀ, ਬਰਮ ਅਵਸਥਾ ਨੂੰ ਪਹੁੰਚੇ ਹੋਏ, ਆਪ ਬਰਮ ਅਵਸਥਾ ਨੂੰ ਪਹੁੰਚੇ ਹੋਇਆ ਤੇ ਲੋਕਾਂ ਨੂੰ ਭਰਮ ਅਵਸਥਾ 'ਚ ਪਾ ਦਿੰਦੇ ਆ। ਜਿਸ ਤਰ੍ਹਾਂ ਜਿਵੇਂ ਉਹਨਾਂ ਦਾ ਪਿਛਲੇ ਦਿਨੀ ਜੇ ਆਪਾਂ ਸਤਸੰਗ ਜੋ ਉਹ ਕਰਦੇ ਨੇ, ਜੋ ਉਹ ਕਹਿੰਦੇ ਨੇ, ਉਹਦੇ ਮੁਤਾਬਕ ਜਿਵੇਂ ਉਹਨਾਂ ਨੇ ਧੀਆਂ ਦੀ ਸੁਰੱਖਿਆ ਦੀ ਵੀ ਗੱਲ ਕਰੀ ਹੈ। ਇਸ ਦੇ ਨਾਲ ਨਾਲ ਜਿਵੇਂ ਖੂਨਦਾਨ ਕੈਂਪ ਲਾਉਣੇ, ਹੋਰ ਸਮਾਜ ਭਲਾਈ ਦੇ ਕੰਮ ਕਰਨੇ, ਫਿਰ ਉਸ ਨੂੰ ਕਿਵੇਂ ਵੇਖਦੇ? ਦੇਖੋ, ਲਾਵੇ ਖੂਨਦਾਨ ਲਾਵੇ, ਲੋੜ ਹੈ, ਲਓ ਪਈ ਸਾਂਭੀ। ਮੇਰੇ ਕੋਲ ਚੇਲੇ ਬਹੁਤ, ਇਹਨਾਂ ਕੋਲ ਬੜਾ ਖੂਨ ਹੈ ਤੇ ਕੱਢ ਲਓ, ਕੀ ਫਰਕ ਪੈਂਦਾ? 250 ਗ੍ਰਾਮ ਹੀ ਖੂਨ ਕੱਢਣਾ ਹੁੰਦਾ। ਇੱਕ ਬੰਦੇ ਨੂੰ ਦੇ ਦਿਓ 250 ਗ੍ਰਾਮ ਖੂਨ, 10 ਮਿੰਟਾਂ 'ਚ ਨਿਕਲ ਆਉਂਦਾ। ਮਗਰੋਂ 2 ਸੰਤਰੇ ਛਿੱਲ ਕੇ ਦੇ ਦਿਓ, ਬੰਦਾ ਮੁੱਛਾਂ ਝਾੜ ਕੇ ਖੜਾ ਹੋ ਜਾਂਦਾ। ਇੰਨੀ ਕਹਾਣੀ ਹੈ।
ਨਹੀਂ ਫਿਰ ਖੂਨਦਾਨ ਨਹੀਂ ਕਰਨਾ ਚਾਹੀਦਾ। ਕਰੋ ਲੋੜਵੰਦ ਨੂੰ, ਇਹਨੂੰ ਵਪਾਰ ਨਾ ਬਣਾਓ, ਇਹਨੂੰ ਧੰਦਾ ਨਾ ਬਣਾਓ। ਲੋੜਵੰਦ ਕੋਲੇ ਜਾਓ, ਗਰੀਬ ਨੂੰ ਨਹੀਂ ਮਿਲਦਾ, ਲੈ ਵੀ ਮੈਂ ਹਾਜ਼ਰ ਹਾਂ। ਨਹੀਂ ਇੱਧਰ ਡਾਕਟਰ ਸਾਹਿਬ ਬੈਠੇ ਨੇ, ਖੂਨਦਾਨ ਦੀ ਗੱਲ ਕਰ ਰਹੇ ਨੇ ਬਾਪੂ ਜੀ ਹੋਰੀ। ਹਾਂਜੀ। ਚਾਹੇ ਹੋਰ ਸਮਾਜ ਸੇਵੀ ਸੰਸਥਾਵਾਂ ਨੇ, ਗੱਲ ਸਰਸੇ ਵਾਲੇ ਦੀ ਹੋ ਰਹੀ ਹੈ। ਤਾਂ ਜਿਹੜੇ ਖੂਨ ਹੈ ਉਹ 250 ਗ੍ਰਾਮ ਹੈ, ਉਹ ਕਿੰਨੀਆਂ ਜਾਨਾਂ ਬਚਾ ਜਾਂਦਾ। ਉਹ ਹੈ ਤਾਂ ਬੜਾ ਵੱਡਾ ਪਰਉਪਕਾਰ ਦਾ ਕੰਮ ਹੈ ਜੇ ਉਹ ਕਰ ਰਹੇ ਨੇ। ਦੇਖੋ ਜੀ, ਹੈ ਤੇ ਪਰਉਪਕਾਰ ਦਾ ਕੰਮ ਹੈ, ਪਰ ਤੁਸੀਂ ਤੁਹਾਡਾ ਅਗਰ ਕੋਈ ਰਿਸ਼ਤੇਦਾਰ ਹਸਪੀਟਲ 'ਚ ਪਿਆ, ਮੰਨ ਲਓ ਪਿਆ, ਤੇ ਤੁਹਾਨੂੰ ਖੂਨ ਦੀ ਲੋੜ ਪੈ ਗਈ, ਤੁਸੀਂ ਆਪਣਾ ਹੀ ਖੂਨ ਕਢਾਉਂਦੇ ਹੋ ਜਾ ਕੇ, ਤੇ ਤੁਹਾਨੂੰ ਵੀ 3-4 ਹਜ਼ਾਰ ਦਾ ਖਰਚਾ ਪਾ ਦਿੰਦੇ ਹੋ। ਤੁਹਾਡਾ ਖੂਨ ਤੁਹਾਡੇ ਰਿਸ਼ਤੇਦਾਰ ਨੂੰ ਚੜ੍ਹਨਾ, ਉਹ 3-4 ਹਜ਼ਾਰ ਦਾ ਖਰਚਾ ਕਿਹਨੂੰ ਪੈਂਦਾ ਤੇ ਉਹ ਕਿਹਨੂੰ ਜਾਂਦਾ? ਉਹਨਾਂ ਦੇ ਇਹਨਾਂ ਦੇ ਉਹਦੇ ਵਿੱਚ ਵੀ ਕਾਰਪੋਰੇਟ ਘਰਾਣਿਆਂ ਦੇ ਹਿੱਤ ਰੱਖੇ ਹੋਏ ਆ। ਉਹਦੇ ਵਿੱਚ ਤੁਹਾਡਾ ਜੀ ਏਡਜ਼ ਟੈਸਟ ਹੋਏਗਾ ਜੀ, ਤੁਹਾਡਾ ਲਿਵਰ ਟੈਸਟ ਹੋਏਗਾ ਜੀ, ਹੁਣ ਨਵਾਂ ਆ ਗਿਆ ਜੀ ਕਰੋਨਾ ਟੈਸਟ ਹੋਏਗਾ ਜੀ। ਦੁਨੀਆ ਜਹਾਨ ਦੇ ਵਿੱਚ ਘਰ ਨੂੰ ਖਰਚੇ ਪਾ ਦਿੰਦੇ ਆ। ਹੁਣ ਦੇਖੋ ਕਿ ਤੁਹਾਡੇ ਹੀ ਬੰਦੇ ਨੂੰ ਖੂਨ ਚੜ ਰਿਹਾ, ਤੁਸੀਂ ਦੇ ਰਹੇ ਹੋ ਹੈ, ਔਰ ਵਿਚਕਾਰ ਉਹ ਦਲਾਲੀਆਂ ਕਿਹਦੀਆਂ ਹੋ ਰਹੀਆਂ? ਕਾਰਪੋਰੇਟ ਘਰਾਣਿਆਂ ਦੀਆਂ। ਇਹਨਾਂ ਦੇ ਖੂਨਦਾਨ ਨੂੰ ਵੀ ਕਾਰੋਬਾਰ ਬਣਾ ਲਿਆ ਹੋਇਆ। ਇਹਨਾਂ ਨੂੰ ਤਾਂ ਮਤਲਬ ਇਹਨਾਂ ਦਾ ਤਾਂ ਕੋਈ ਅੰਤ ਹੀ ਨਹੀਂ। ਜਿਹੜੀ ਗੱਲ ਕਹਿੰਦੇ ਆ ਨਾ ਕਿ ਕਾਰਪੋਰੇਟ ਘਰਾਣੇ ਹੀ ਦੇਸ਼ ਚਲਾਉਂਦੇ ਆ, ਕਾਰਪੋਰੇਟ ਘਰਾਣੇ ਹੀ ਸਿਸਟਮ ਚਲਾਉਂਦੇ ਆ, ਉਹ ਗੱਲਾਂ ਤੇ ਹਰ ਫੀਲਡ 'ਚ ਸੱਚ ਹੋ ਰਹੀਆਂ ਨੇ। ਅੱਜ ਕੱਲ੍ਹ ਤਾਂ ਹਸਪੀਟਲ ਜਿਹੜੇ ਨੇ ਉਹ ਸੇਵਾ ਦੇ ਕੇਂਦਰ ਨਹੀਂ ਰਹਿ ਗਏ ਹੋਏ, ਉਹ ਲੁੱਟ ਦੇ ਕੇਂਦਰ ਬਣ ਗਏ। ਹੋਰ ਕੋਈ ਸਵਾਲ? ਜੀ ਤੇ ਫਿਰ ਮੰਨ ਲਿਆ ਜਿਹੜੇ ਬਹੁਤੇ, ਸਾਰਿਆਂ ਨੂੰ ਨਹੀਂ ਕਹਿ ਰਹੇ, ਬਹੁਤੇ ਸਾਧਾਂ ਦੇ ਜਿਹੜੇ ਡੇਰੇ ਨੇਗੇ ਉਹ ਵੀ ਕਾਰਪੋਰੇਟ ਚਲਾ ਰਹੇ ਨੇ। ਦੇਖੋ ਜੀ, ਸਾਧਾਂ ਦੇ ਡੇਰੇ ਕਾਰਪੋਰੇਟ ਨਹੀਂ ਚਲਾਉਂਦਾ, ਸਾਧਾਂ ਦੇ ਡੇਰੇ ਸਿਸਟਮ ਚਲਾਉਂਦਾ, ਸਿਸਟਮ ਸਰਕਾਰਾਂ ਚਲਾਉਂਦਾ। ਸਾਨੂੰ ਲੱਗਦਾ ਕਿ ਇਹ ਸਰਕਾਰ ਬੜੀ ਗੰਦੀ ਹੈ, ਸਾਨੂੰ ਲੱਗਦਾ ਕਿ ਇਹ ਪਾਰਟੀ ਬੜੀ ਗੰਦੀ ਹੈ। ਅਸੀਂ ਇੱਕ ਚੀਜ਼ ਸਮਝਦੇ ਨਹੀਂ ਹੈ, ਇਹਨਾਂ ਸਰਕਾਰਾਂ, ਇਹਨਾਂ ਪਾਰਟੀਆਂ, ਇਹਨਾਂ ਸਰਕਾਰਾਂ ਦੇ ਉੱਪਰ ਇੱਕ ਸਿਸਟਮ ਚੱਲਦਾ, ਉਹ ਸਿਸਟਮ ਇੰਟਰਨੈਸ਼ਨਲ ਆ। ਉਹ ਸਿਸਟਮ ਇੰਨਾ ਗੰਦਾ ਹੈ ਕਿ ਉਹਦੀਆਂ ਪਰਤਾਂ ਖੋਲ੍ਹਣ ਬੈਠ ਜਾਓਗੇ ਨਾ ਕਿ ਤੁਹਾਨੂੰ ਲੱਗੇਗਾ ਕਿ ਇਸ ਦੁਨੀਆ ਦੇ ਵਿੱਚ ਜੋ ਕੁਝ ਹੋ ਰਹੀ ਹੈ, ਗੰਦਗੀ ਫੈਲੀ ਹੋਈ ਆ, ਉਹ ਗੰਦਗੀ ਤਾਂ ਕੁਝ ਵੀ ਨਹੀਂ ਹੈਗੀ। ਜਿਹੜੀ ਗੰਦਗੀ ਉਹਨਾਂ ਲੋਕਾਂ ਦੇ ਦਿਮਾਗ ਵਿੱਚ ਹੈ, ਜਿਹੜੇ ਲੋਕ ਉਹ ਸਿਸਟਮ ਨੂੰ ਚਲਾ ਰਹੇ ਨੇ, ਔਰ ਉਹ ਸਿਸਟਮ ਇੰਨਾ ਕਿ ਗਰਕ ਗਿਆ ਹੋਇਆ। ਹੁਣ ਉਹ ਦੇਖੋ, ਇੱਕ ਚੀਜ਼ ਹੁੰਦੀ ਹੈ ਕਿ ਤੁਸੀਂ ਪਿਨ ਪੁਆਇੰਟ ਕਰਦੇ ਹੋ ਕਿ ਉਹ ਫਲਾਣੀ ਸੰਸਥਾ, ਫਲਾਣੇ ਬੰਦੇ, ਉਹ ਬੜੀ ਛੋਟੀ ਚੀਜ਼ ਆ। ਉਹਦੇ ਪਿੱਛੇ ਇੱਕ ਕਨਸੈਪਟ ਬਣਦਾ, ਕਨਸੈਪਟ ਯਾਨੀ ਸਿਧਾਂਤ, ਇੱਕ ਵਿਚਾਰ, ਇੱਕ ਆਈਡੀਆ। ਸਿਸਟਮ ਤਾਂ ਹੁਣ ਆਈਡੀਆ ਦਾ ਵੀ ਰੂਪ ਹੈਗਾ, ਤੇ ਸਿਸਟਮ ਦੇ ਵਿੱਚ ਅਦਾਰੇ ਵੀ ਨੇ, ਤੇ ਸਿਸਟਮ ਦੇ ਵਿੱਚ ਬੰਦੇ ਵੀ ਨੇ। ਲੱਭੋ ਲਵਾਬ ਇਹ ਰਹਿ ਗਿਆ ਕਿ ਸਾਰੀ ਦੁਨੀਆ ਦੀ ਕਰੀਬ 70-80%, 70 ਨਹੀਂ 80% ਤੋਂ ਉੱਪਰ ਦੌਲਤ ਕੇਵਲ ਔਰ ਕੇਵਲ 6 ਘਰਾਣਿਆਂ ਕੋਲ ਚਲੀ ਗਈ ਹੈ, ਔਰ ਉਹ ਸਾਰੀ ਦੁਨੀਆ ਦੀ ਬੈਂਕਿੰਗ ਵਿਵਸਥਾ ਔਰ ਆਇਲ ਕਾਰਪੋਰੇਸ਼ਨਾਂ ਦੇ ਮਾਲਕ ਨੇ। ਔਰ ਸਿਤਮ ਜਰੀਫੀ ਇਹ ਹੈ ਕਿ ਜਦੋਂ ਅਮੀਰਾਂ ਦੀਆਂ ਲਿਸਟਾਂ ਛਪਦੀਆਂ ਨੇ, ਫੋਰਬਸ ਦੀਆਂ ਛਪਦੀਆਂ ਨੇ, ਬਲੂਮਸਬਰਗ ਦੀਆਂ ਛਪਦੀਆਂ ਨੇ, ਉਹਨਾਂ 'ਚ ਉਹਨਾਂ 6 ਅਮੀਰਾਂ ਦਾ ਕਿਧਰੇ ਨਾਮ ਹੀ ਨਹੀਂ ਆਉਂਦਾ, ਜ਼ਿਕਰ ਵੀ ਨਹੀਂ ਹੁੰਦਾ, ਕੋਈ ਨਹੀਂ ਜਾਣਦਾ ਉਹ ਕੌਣ ਨੇ। ਉਹਨਾਂ 'ਚ ਇੱਕ ਬੰਦਾ ਜਿਹੜਾ ਉਹਨਾਂ ਦੇ ਵਿੱਚ ਵੀ ਮਤਲਬ ਇੱਕ ਜ਼ਿਆਦਾ ਹੀ ਓਵਰ ਐਕਟਿਵ ਹੋ ਗਿਆ, ਜਾਰਜ ਸੋਰਸ, ਐਕਸਪੋਜ਼ ਹੋ ਗਿਆ। ਐਕਸਪੋਜ਼ ਕੀ ਹੋ ਗਿਆ ਕਿ ਉਹਨੇ ਦੁਨੀਆ ਦੇ 15-20 ਮੁਲਕਾਂ 'ਚ ਮੰਦੀਆਂ ਲੈਂਦੀਆਂ। ਜਦੋਂ ਉਹਨੇ ਥਾਈਲੈਂਡ 'ਚ ਮੰਦੀ ਲਿਆਂਦੀ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਸੀ। ਉਹਨੇ ਮੁੜ ਕੇ ਮਿਆਂਮਾਰ 'ਚ ਮੰਦੀ ਲਿਆਂਦੀ, ਕਰਦੇ ਕਰਦੇ ਉਹਨੇ ਸਾਊਥ ਕੋਰੀਆ 'ਚ ਵੀ ਮੰਦੀ ਲੈਂਦੀ, ਰਸ਼ੀਆ 'ਚ ਮੰਦੀ ਲੈ ਕੇ ਆਇਆ 1997 'ਚ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਸੀ। ਫਿਰ ਉਹਨੇ ਜਾਪਾਨ 'ਚ ਮੰਦੀ ਲੈਂਦੀ, ਤਾਂ ਵੀ ਕਿਸੇ ਨੂੰ ਕੋਈ ਬਹੁਤ ਬੜੀ ਪ੍ਰੋਬਲਮ ਨਹੀਂ ਹੋਈ। ਉਹ ਮੁੜ ਕੇ 2007 'ਚ ਅਮਰੀਕਾ ਨੂੰ ਪੈ ਨਿਕਲਿਆ, ਉਹਨੇ ਅਮਰੀਕਾ 'ਚ ਮੰਦੀ ਲੈਂਦੀ। ਉਹ ਕਹਿਣ ਦਾ ਮਤਲਬ ਉਹਦਾ ਨਾਂ ਪੈ ਗਿਆ ਮੰਦੀ ਮੈਨ, ਮੈਨ ਆਫ ਰਿਸੈਸ਼ਨ ਹੈ। ਤੇ ਉਹਦੇ ਬਾਰੇ ਇੱਕ ਕਹਾਵਤ ਆ ਗਈ, ਇੱਕ ਕਹਾਵਤ ਹੁੰਦੀ ਹੈ ਨਾ, ਕਹਿੰਦੀ ਦੋਜ਼ ਹੂ ਰਾਈਜ਼ ਬਾਈ ਦਾ ਸਵੋਰਡ ਸੈਲ ਪੈਰਿਸ ਬਾਈ ਦਾ ਸਵੋਰਡ। ਕਹਾਵਤ ਬਣ ਗਈ ਅਰਥ ਸ਼ਾਸਤਰ ਦੇ ਵਿੱਚ, ਦੋਜ਼ ਹੂ ਰਾਈਜ਼ ਬਾਈ ਜਾਰਜ ਸੋਰਸ ਪੈਰਿਸ ਬਾਈ ਜਾਰਜ ਸੋਰਸ। ਉਹਨਾਂ 'ਚੋਂ ਇੱਕ ਬੰਦੇ ਬਾਰੇ ਅਸੀਂ ਜਾਣਦੇ ਹਾਂ, ਜਾਰਜ ਸੋਰਸ ਬਾਰੇ, ਬਾਕੀ ਦੇ 5 ਬੰਦੇ ਕਿਹੜੇ ਨੇ ਆਪਾਂ ਨਹੀਂ ਜਾਣਦੇ। ਤੇ ਉਹ ਕਹਿਣ ਦਾ ਮਤਲਬ ਕਿ ਉਹ ਬੰਦੇ ਸਿਸਟਮ ਚਲਾਉਂਦੇ ਨੇ।